warm welcome to all my viewers which is comes to my YouTube channel. In this session I will discuss about to the tense topic. This is the second part of this video. In this session I am discuss about to the further categories related to the tense and also give a one exercise to all my viewers. They will be a solve these exercise and send these all answer into my comment box. The first 5 students which has been giving answer in my comment box, I will show their names in my next part of this sessions video. ਜਿਹੜੇ ਵੀ 5 ਬੱਚੇ ਜਿਹੜੇ ਕਿ ਮੈਂ ਜਿਹੜੀ ਐਕਸਰਸਾਈਜ਼ ਪਾਵਾਂਗਾ ਜਿਸ ਦੇ ਵਿੱਚ ਉਹ ਬੱਚੇ ਆਨਸਰ ਸਹੀ ਕਰੈਕਟ ਆਨਸਰ ਪਾਣਗੇ ਤਾਂ ਮੈਂ ਉਹਨਾਂ ਦਾ ਨੇਮ ਉਹਨਾਂ ਦੀ ਐਪਰੀਸ਼ੀਏਸ਼ਨ ਦੇ ਲਈ ਮੈਂ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦੇ ਨੇਮ ਤੇ ਉਹਨਾਂ ਦੇ ਆਨਸਰ ਉਸ ਵੀਡੀਓ ਦੇ ਵਿੱਚ ਸ਼ੋਅ ਕਰਾਂਗਾ। ਤਾਂ ਵੱਧ ਤੋਂ ਵੱਧ ਬੱਚਿਆਂ ਨੇ ਜਲਦੀ ਤੋਂ ਜਲਦੀ ਕਮੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਨਾਓ ਸਟਾਰਟ ਕਰਦੇ ਹਾਂ ਸੈਸ਼ਨ। ਸੈਸ਼ਨ ਦੇ ਵਿੱਚ ਅਸੀਂ ਜਿਹੜੀ ਗੱਲ ਕੀਤੀ ਸੀਗੀ ਵੀ ਟੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਦੀ 3 ਪਾਰਟਸ ਆਫ ਟੂ ਦੀ ਟੈਂਸ ਲਾਈਕ ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਟੂਡੇ I am discuss about to the continuous tense. In the first part I will discussing about to the all simple tense like present, past and future. In this session I am discussing about to the continuous and perfect tenses. Start from this present continuous. In this tense they have one subject is am are plus verb first form plus ing. It's called to the present participles plus object. यानी कि सानू एक sentence ਦੇ ਵਿੱਚ ਜਿਹੜੀਆਂ ਹੈਲਪਿੰਗ ਵਰਬਸ, ਹੁਣ ਇੱਥੇ ਤੁਹਾਨੂੰ ਇੱਕ ਚੀਜ਼ ਯਾਦ ਰੱਖਣੀ ਪੈਣੀ ਆ। ਕੀ ਯਾਦ ਰੱਖਣੀ ਪੈਣੀ ਹੈ? ਇਹਦੀਆਂ ਹੈਲਪਿੰਗ ਵਰਬਸ। ਕੰਟੀਨਿਊਸ ਦੇ ਵਿੱਚ ਕੋਈ ਵੀ ਚੀਜ਼ ਕੰਟੀਨਿਊਸ ਹੋਵੇ ਯਾਨੀ ਕਿ ਕੋਈ ਵੀ ਟੈਂਸ ਕੰਟੀਨਿਊਸ ਹੋਇਆ ਤਾਂ ਉਹਦਾ ਇੱਕ ਅੱਛਾ ਵੇ ਆ ਤੁਹਾਨੂੰ ਸਮਝਣ ਦਾ ਜਾਂ ਯਾਦ ਰੱਖਣ ਦਾ ਈਜ਼ੀ ਵੇ ਆ ਵੀ ਕੀ ਆ, ਤੁਸੀਂ ਉਹਨੂੰ ਯੂਜ਼ ਕਰੋ ਵਰਬ ਦੀ ਫਸਟ ਫਾਰਮ ਪਲੱਸ ing। ਇਹ ਹਰੇਕ ਕੰਟੀਨਿਊਸ ਟੈਂਸ ਦੇ ਵਿੱਚ ਯੂਜ਼ ਹੋਏਗਾ ਤਾਂ ਅਸੀਂ ਇਹਦੇ ਨਾਲ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਹਾਂ ਵੀ ਕੰਟੀਨਿਊਸ ਟੈਂਸ ਕਿਹੜਾ ਹੋਏਗਾ। ਉਹ ਟੈਂਸ ਜਿਹਦੇ ਵਿੱਚ ਵਰਬ ਦੀ ਫਸਟ ਫਾਰਮ ਪਲੱਸ ing ਯਾਨੀ ਦਿਸ ਹੋਣਗੀਆਂ ਤਾਂ ਉਹ ਕੰਟੀਨਿਊਸ ਹੋਏਗਾ। ਅਸੀਂ ਕਿਵੇਂ ਉਹਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਦੇ ਵਿੱਚ ਵਿਦ ਦੀ ਹੈਲਪ ਆਫ ਦੇਅਰ ਹੈਲਪਿੰਗ ਵਰਬਸ ਲਾਈਕ ਜੇਕਰ ਇਜ਼, ਐਮ ਤੇ ਆਰ ਆਣਗੇ ਇਹ ਕਿਹਦੇ ਲਈ ਨੇ? ਪ੍ਰੈਜ਼ੈਂਟ ਲਈ ਨੇ। ਤੇ ਨੈਕਸਟ ਜਿਹੜਾ ਵਾਸ ਵਰ ਆਏਗਾ ਉਹ ਕਿਹਦੇ ਲਈ ਹੋਏਗਾ? ਪਾਸਟ ਲਈ ਹੋਏਗਾ। ਵਿਲ ਸ਼ੈਲ ਆਏਗਾ ਉਹ ਫਿਊਚਰ ਲਈ ਹੋਏਗਾ। ਤਾਂ ਇਸ ਤਰੀਕੇ ਨਾਲ ਅਸੀਂ ਇਹਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਗੱਲ ਕਰੀਏ ਇਹ ਕੰਟੀਨਿਊਸ ਹੁੰਦਾ ਕੀ ਆ? If an actions that is going on at the time of to the speaking means if an action is into the continuations or progressions at to the present, then we use their present continuous tense. This is known as to the present possessive tense. The present continuous tense is used when a action that is happen while we speak. ਕਹਿੰਦਾ ਜੀ ਕੰਟੀਨਿਊਸ ਟੈਂਸ ਕਿਹੜਾ ਹੁੰਦਾ? ਉਹ ਟੈਂਸ ਹੁੰਦਾ ਵਾ ਜਿਹੜੇ ਅਸੀਂ ਚੱਲ ਰਹੇ ਸਮੇਂ ਦੇ ਵਿੱਚ ਕੁਛ ਨਾ ਕੁਛ ਬੋਲਦੇ ਹਾਂ, ਕੋਈ ਐਕਸ਼ਨ ਕਰਦੇ ਹਾਂ ਅਤੇ ਉਹ ਲਗਾਤਾਰ ਉਹ ਕੰਮ ਚੱਲਦਾ ਰਹਿੰਦਾ ਵਾ ਤਾਂ ਅਸੀਂ ਉਹਨੂੰ ਕੰਟੀਨਿਊਸ ਕਹਿੰਦੇ ਹਾਂ। ਜੇਕਰ ਉਹੀ ਚੱਲ ਰਹੇ ਸਮੇਂ ਦੇ ਵਿੱਚ ਕਰੀਏ ਤਾਂ ਉਹਨੂੰ ਪ੍ਰੈਜ਼ੈਂਟ ਕੰਟੀਨਿਊਸ ਜਾਂ ਪ੍ਰੈਜ਼ੈਂਟ ਪ੍ਰੋਗਰੈਸਿਵ ਟੈਂਸ ਕਿਹਾ ਜਾਂਦਾ ਵਾ। ਹੋਰ ਪੜ੍ਹਦੇ ਹਾਂ ਇਹਦੇ ਬਾਰੇ, ਜਿਵੇਂ ਐਫਰਮੇਟਿਵ ਸੈਂਟੈਂਸਿਸ, ਨੈਗੇਟਿਵ ਸੈਂਟੈਂਸਿਸ ਅਤੇ ਇੰਟੈਰੋਗੇਟਿਵ ਕਿੱਦਾਂ ਆਉਣਗੇ। ਜੇਕਰ ਤੁਹਾਨੂੰ ਅਸੀਂ ਅਸਰਟਿਵ ਦੀ ਗੱਲ ਕਰੀਏ ਤਾਂ ਸਿੰਗੂਲਰ ਦੇ ਵਿੱਚ ਕੀ ਆਏਗਾ? ਸ਼ੀ ਦੇ ਨਾਲ ਕੀ ਲੱਗੇਗਾ? ਹੁਣ ਇੱਥੇ ਇੱਕ ਚੀਜ਼ ਨੋਟ ਡਾਊਨ ਕਰਨ ਵਾਲੀ ਆ ਵੀ ਜੇਕਰ ਸਾਡਾ ਸਬਜੈਕਟ ਸਿੰਗੂਲਰ ਹੋਇਆ ਤਾਂ ਸਾਡਾ ਇਜ਼ ਲੱਗੇਗਾ। ਸਿੰਗੂਲਰ ਐਕਸੈਪਟ ਦੈਨ ਆਈ ਦੇ ਨਾਲ ਹਮੇਸ਼ਾ ਕੀ ਲੱਗਦਾ? ਐਮ ਲੱਗਦਾ ਵਾ। ਅਤੇ ਜੇਕਰ ਹੋਇਆ ਸਾਡਾ ਪਲੂਰਲ ਟੈਂਸ ਤਾਂ ਅਸੀਂ ਕੀ ਯੂਜ਼ ਕਰਾਂਗੇ? ਆਰ ਯੂਜ਼ ਕਰਾਂਗੇ। ਇਹ ਤੁਸੀਂ ਆਪਣੀ ਨੋਟਬੁੱਕ 'ਤੇ ਐਜ਼ ਇਟ ਇਜ਼ ਹੀ ਇਹਨੂੰ ਰੂਲਸ ਨੂੰ ਇਹਨਾਂ ਨੂੰ ਲਿਖ ਲੈਣਾ ਵਾ ਅਤੇ ਇਹਨਾਂ ਨੂੰ ਰਿਵਾਈਜ਼ ਕਰਨਾ ਵਾ। ਜਿਹੜੀ ਗੱਲ ਮੈਂ ਤੁਹਾਨੂੰ ਕਹੀ ਆ ਤੁਸੀਂ ਉਹਨਾਂ ਨੂੰ ਯਾਦ ਰੱਖਣਾ ਵਾ। ਜਿਵੇਂ ਸਿੰਗੂਲਰ ਸੈਂਟੈਂਸ ਆਇਆ ਪਹਿਲਾਂ, ਸ਼ੀ ਇਜ਼ ਡੂਇੰਗ ਹਰ ਟੂ ਦੀ ਹੋਮਵਰਕ ਨਾਓ, ਤਾਂ ਇੱਥੇ ਸ਼ੀ ਜਿਹੜਾ ਵਾ ਉਹ ਸਿੰਗੂਲਰ ਆ ਤਾਂ ਉਹਦੇ ਨਾਲ ਕੀ ਆਇਆ? ਇਜ਼ ਆਇਆ ਡੂਇੰਗ। ਹੁਣ ਦੇਖੋ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਸਬਜੈਕਟ ਕਿਵੇਂ ਤੋੜ ਕੇ ਦਿਖਾਉਣਾ। ਸ਼ੀ ਇਜ਼ ਆ ਸਬਜੈਕਟ, ਐਚ ਇਜ਼ ਆ ਹੈਲਪਿੰਗ ਵਰਬਸ, doing is a helping verb first form plus ing, so it is a continuous. Then her homework is a object. ਤਾਂ ਆਈ ਹੋਪ ਤੁਹਾਨੂੰ ਪਤਾ ਲੱਗਿਆ ਹੋਵੇ ਕਿ ਕਿਹੜਾ ਸਬਜੈਕਟ ਹੁੰਦਾ, ਕਿਹੜਾ ਹੈਲਪਿੰਗ ਵਰਬ ਹੁੰਦਾ, ਕਿਹੜਾ ਵਰਬ ਦੀ ਫਸਟ ਫਾਰਮ ਹੁੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਤਰੀਕੇ ਨਾਲ ਯਾਦ ਰੱਖੀਆਂ ਜਾ ਸਕਦੀਆਂ। ਜੇਕਰ ਉਹ ਪਲੂਰਲ ਹੋਇਆ ਜਿਵੇਂ ਦੇ ਤਾਂ ਉੱਥੇ ਮੈਂ ਤੁਹਾਨੂੰ ਕੀ ਗੱਲ ਕਹੀ ਸੀ? ਕੀ ਆਏਗਾ? ਆਰ ਆਏਗਾ। ਤਾਂ ਇੱਥੇ ਇਹ ਗੱਲ ਵੀ ਯਾਦ ਰੱਖਣੀ ਆ। ਨੈਕਸਟ ਹੈਗਾ ਵਾ she singular, is आया, not use हो गया क्यों? नेगेटिव करके
ਤਾਂ ਫਿਰ ਵੀ ਕੀ ਆਏਗਾ, ਡੂਇੰਗ ਆਏਗਾ। ਨੈਕਸਟ ਹਰ वर्क नाउ। ਹੁਣ ਜੇਕਰ ਉਹ ਇੰਟੈਰੋਗੇਟਿਵ ਹੋਇਆ ਤਾਂ ਹੈਲਪਿੰਗ ਵਰਬ ਅੱਗੇ, ਹੈਲਪਿੰਗ ਵਰਬ ਕੀ ਆਏਗੀ, ਇਜ਼। ਜੇਕਰ ਉਹ ਸਿੰਗੂਲਰ ਆ ਤੇ ਜੇਕਰ ਪਲੂਰਲ ਆ ਤਾਂ ਫਿਰ ਜੇਕਰ ਉਹ ਪਲੂਰਲ ਆ ਤਾਂ ਫਿਰ ਕੀ ਆਏਗਾ, ਆਰ ਆਏਗਾ। ਠੀਕ ਹੈ ਜੀ। ਤੇ ਇਸੇ ਤਰੀਕੇ ਨਾਲ ਜੇਕਰ ਉਹ ਪ੍ਰੈਜੈਂਟ ਕੰਟੀਨਿਊਸ ਦੇ ਵਿੱਚ ਉਹ ਨੈਗੇਟਿਵ ਦੇ ਵਿੱਚ ਆ ਤਾਂ ਦੇਅਰ ਆਰ ਨਾਟ, ਯਾਨੀ ਕਿ ਵਰਬ ਤੋਂ ਪਹਿਲਾਂ ਨਾਟ ਯੂਜ਼ ਹੋ ਗਿਆ ਹੋਵੇਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹਦਾ ਸਕਰੀਨਸ਼ਾਟ ਮਾਰ ਕੇ ਵੀ ਤੁਸੀਂ ਇਹ ਤੋਂ ਲਰਨ ਕਰਕੇ ਲਿਖ ਸਕਦੇ ਹੋ। ਨੈਕਸਟ ਗੱਲ ਕਰੀਏ ਪਾਸਟ ਕੰਟੀਨਿਊਸ ਦੇ ਵਿੱਚ, ਯਾਨੀ ਕਿ ਸਬਜੈਕਟ ਪਲੱਸ ਵਾਸ ਵਰ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING, ਇਹ ਯੂਜ਼ ਹੋਏਗਾ। ਹੁਣ ਇੱਥੇ ਇੱਕ ਗੱਲ ਦੱਸਣ ਜਾ ਰਿਹਾ ਮੈਂ, ਜਿਵੇਂ ਕਿ ਵਾਸ ਕਿੱਥੇ ਯੂਜ਼ ਹੋਏਗਾ। ਵਾਸ ਯੂਜ਼ ਰੱਖਣਾ ਵੀ ਤੁਸੀਂ ਇੱਕ I ਤੇ ਪਲੱਸ ਸਿੰਗੂਲਰ ਦੇ ਨਾਲ, ਤੇ ਵਰਕ ਕਿੱਥੇ ਯੂਜ਼ ਹੋਏਗਾ, ਓਨਲੀ ਫॉर ਪਲੂਰਲ ਸੈਂਟੈਂਸਿਸ। ਇਹ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹ ਰੱਖਣਾ ਵਾ। ਬਾਕੀ ਸਬਜੈਕਟ ਉੱਦਾਂ ਹੀ ਆਏਗਾ। ਕੰਟੀਨਿਊਸ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਕੰਟੀਨਿਊਸ ਦੇ ਵਿੱਚ ਵਰਬ ਦੀ ਫਸਟ ਫਾਰਮ ਤੇ ING ਆਏਗਾ। ਜੇਕਰ ਹੈਲਪਿੰਗ ਵਰਬ ਵਾਸ ਵਰ ਆ ਗਈ ਤਾਂ ਉਹ ਕਿਹੜਾ ਵਾ, ਪਾਸਟ ਕੰਟੀਨਿਊਸ ਆ। ਹੁਣ ਇਹਦੀ ਇੱਕ ਪ੍ਰੋਪਰ ਇਹਨੂੰ ਸਮਝਦੇ ਹਾਂ ਵੀ ਇਹਦੇ ਵਿੱਚ ਕਿਵੇਂ ਹੋਏਗਾ ਪਾਸਟ। ਇਹ ਪਾਸਟ ਕੰਟੀਨਿਊਸ ਟੈਂਸਿਸ ਆਰ ਯੂਜ਼ਡ ਇਨ ਦੋਜ਼ ਸੈਂਟੈਂਸਿਸ in which their action has been already happened in their past and has been completed before their time of mention. These sentences are formed with the help of to the auxiliary verbs and giving the main verbs as to the ING end. ਪਾਸਟ ਕੰਟੀਨਿਊਸ ਕਿਹੜਾ ਟੈਂਸ ਹੁੰਦਾ, ਉਹ ਟੈਂਸਿਸ ਹੁੰਦੇ ਆ ਜਾਂ ਉਹ ਸੈਂਟੈਂਸ ਹੁੰਦੇ ਆ ਜਿਹੜਾ ਕਿ ਐਕਸ਼ਨ ਆਲਰੇਡੀ ਪਾਸਟ ਸਮੇਂ ਦੇ ਵਿੱਚ ਹੈਪਨ ਹੋ ਚੁੱਕਿਆ ਹੁੰਦਾ ਜਾਂ ਉਹ ਕੰਪਲੀਟ ਹੋਣ ਵਾਲਾ ਹੋਏਗਾ ਇੱਕ ਟਾਈਮ ਜਿਹੜਾ ਸਾਨੂੰ ਮੈਂਸ਼ਨ ਕੀਤਾ ਹੁੰਦਾ ਉਦੋਂ ਪਹਿਲਾਂ। ਤਾਂ ਇਸ ਕਰਕੇ ਅਸੀਂ ਉਹਨੂੰ ਕੀ ਕਹਿੰਦੇ ਆ, ਪਾਸਟ ਕੰਟੀਨਿਊਸ ਟੈਂਸ ਕਹਿ ਦਿੰਦੇ ਆ। ਨਾ ਹੁਣ ਇਹਦੇ ਜਿਹੜੀਆਂ ਅਫਰਮੇਟਿਵ ਤੇ ਨੈਗੇਟਿਵ ਤੇ ਇੰਟੈਰੋਗੇਟਿਵ ਕਿੱਦਾਂ ਲਿਖਾਂਗੇ। ਜੇਕਰ ਸਿੰਗੂਲਰ ਹੋਇਆ ਤਾਂ ਅਸੀਂ ਕੀ ਯੂਜ਼ ਕਰਦੇ ਹਾਂ, ਸ਼ੀ ਦੇ ਨਾਲ ਵਾਸ ਯੂਜ਼ ਹੋਏਗਾ। ਵਾਚਿੰਗ TV ਵੈਨ ਹੀ ਕਾਲਡ ਹਰ। ਠੀਕ ਹੈ ਜੀ, ਤਾਂ ਇਹ ਆਇਆ। ਨੈਕਸਟ ਹੈਗਾ ਵਾ ਸਾਡੇ ਕੋਲ ਵੀ ਜੇਕਰ ਉਹ ਨੈਗੇਟਿਵ ਦੇ ਵਿੱਚ ਹੋਇਆ ਤਾਂ ਨਾਟ ਯੂਜ਼ ਹੋਏਗਾ। ਜੇਕਰ ਉਹ ਇੰਟੈਰੋਗੇਟਿਵ ਹੋਇਆ ਤਾਂ ਜਿਹੜਾ ਵਾਜ਼ ਆ ਉਹ ਅੱਗੇ ਆ ਜਾਏਗਾ ਪਿੱਛੇ ਕੁਐਸਚਨ ਮਾਰਕ। ਜੇਕਰ ਪਲੂਰਲ ਹੋਇਆ ਤਾਂ ਵਰ ਯੂਜ਼ ਹੋਏਗਾ। ਤਾਂ ਇੱਥੇ ਇਹ ਚੀਜ਼ਾਂ ਤੁਸੀਂ ਯਾਦ ਕਰਨੀਆਂ ਨੇ, ਇਹਨਾਂ ਨੂੰ ਸਕਰੀਨਸ਼ਾਟ ਮਾਰ ਕੇ ਐਜ਼ ਇਟ ਇਜ਼ ਹੀ ਲਿਖ ਲੈਣਾ ਵਾ। ਨੈਕਸਟ ਅਸੀਂ ਗੱਲ ਕਰੀਏ ਫਿਊਚਰ ਕੰਟੀਨਿਊਸ ਟੈਂਸ ਦੀ। ਦੀ ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਵਰਬ ਫਸਟ ਫਾਰਮ ਪਲੱਸ ING। ਇੱਥੇ ਰਹਿ ਗਿਆ ਹੋਣਾ ਵਾ, ਤੁਸੀਂ ਇੱਥੇ ਲਿਖ ਸਕਦੇ ਹੋ ਵਰਬ ਦੀ ਫਸਟ ਫਾਰਮ ਪਲੱਸ ING ਇਹ ਲਿਖ ਲਿਓ, ਜਾਂ ਉਹਨੂੰ ਪ੍ਰੈਜ਼ੈਂਟ ਪਾਰਟੀਸਿਪਲ ਵੀ ਕਿਹਾ ਜਾ ਸਕਦਾ ਵਾ। ਠੀਕ ਹੈ ਜੀ। ਤੇ ਵਿਲ ਤੇ ਸ਼ੈਲ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਵਿਲ ਜਿੱਥੇ ਵੀ ਯੂਜ਼ ਕਿੱਥੇ ਹੋਏਗਾ, ਚਾਹੇ ਉਹ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ, ਦੋਹਾਂ ਲਈ, ਬਟ ਸ਼ੈਲ ਨੂੰ ਯਾਦ ਰੱਖਣਾ I ਤੇ V ਦੇ ਨਾਲ ਉਹ ਯੂਜ਼ ਹੋਏਗਾ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ। ਨੈਕਸਟ ਹੁਣ ਇਹਦੇ ਟੈਂਸ ਬਾਰੇ ਸਮਝਦੇ ਹਾਂ। ਇਹ ਹੈ ਕਿ this tense defines those actions which will be continuous at the future point of time in the order to form future continuous tenses. A future auxiliary verbs is required to follow their main verbs with the ending with ING। ਕਹਿੰਦੇ ਜੀ ਜਿਹੜਾ ਸਾਡਾ ਕੰਟੀਨਿਊਸ ਟੈਂਸ, ਫਿਊਚਰ ਕੰਟੀਨਿਊਸ ਟੈਂਸ ਕਿਹੜਾ ਹੁੰਦਾ, ਉਹ ਟੈਂਸ ਹੁੰਦਾ ਜਿਹੜਾ ਕਿ ਇੱਕ ਫਿਊਚਰ ਪੁਆਇੰਟ ਆਫ ਟਾਈਮ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਹੁੰਦਾ ਵਾ ਉਹਦੇ ਰਿਲੇਟਡ ਸਾਨੂੰ ਗੱਲ ਦੱਸੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਹਮੇਸ਼ਾ ਜਿਹੜੀਆਂ auxiliary verbs ਯਾਨੀ ਕਿ ਹੈਲਪਿੰਗ ਵਰਬਸ ਜਿਹੜੀਆਂ ਨੇ ਵਿਲ ਸ਼ੈਲ, ਇਹਨਾਂ ਤੋਂ ਬਾਅਦ ਹੀ ING ਦੇ ਨਾਲ ਇਹ ਡੋਨੇਟ ਹੁੰਦੀ ਹੈ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰੀਏ ਫਿਊਚਰ ਟੈਂਸ ਦੇ ਵਿੱਚ ਜਿਹੜੇ ਅਫਰਮੇਟਿਵ ਸੈਂਟੈਂਸਿਸ ਹੁੰਦੇ ਆ, ਨੈਗੇਟਿਵ ਸੈਂਟੈਂਸ ਹੁੰਦੇ ਨੇ, ਇੰਟੈਰੋਗੇਟਿਵ ਕਿੱਦਾਂ ਡਿਸਕਸ ਹੁੰਦੇ ਆ। ਜੇਕਰ ਸਿੰਗੂਲਰ ਹੋਵੇ ਤਾਂ ਹੀ ਵਿਲ ਬੀ ਗੋਇੰਗ ਟੂ ਦੀ ਸ਼ਿਮਲਾ ਨੈਕਸਟ ਵੀਕ। ਤਾਂ ਹੁਣ ਇੱਥੇ ਫਿਰ ਆਪਾਂ ਗੱਲ ਕਰੀਏ ਵੀ ਜਿਹੜਾ ਹੀ ਆ ਉਹ ਸਾਡਾ ਸਬਜੈਕਟ ਆ, ਵਿਲ ਬੀ ਇੱਥੇ ਵਿਲ ਬੀ ਰਹਿ ਗਿਆ ਸੀ, ਉੱਥੇ ਬੀ ਵੀ ਆਉਣਾ ਸੀ। ਤੇ ING ਪਲੱਸ ਵਰਬ ਦੀ ਫਸਟ ਫਾਰਮ ਪਲੱਸ ING, ਇਹ ਕੀ ਆ, ਵਰਬ ਆ ਗਈ ਤੇ ਸ਼ਿਮਲਾ ਸਾਡਾ ਆਬਜੈਕਟ ਆ ਗਿਆ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗੀ ਸੈਂਟੈਂਸ ਕਿਵੇਂ ਟੁੱਟੀਦਾ। ਨੈਕਸਟ ਹੈਗਾ ਹੀ ਵਿਲ ਬੀ ਆ ਨਾਟ ਗੋਇੰਗ ਟੂ ਦੀ। ਹੁਣ ਇੱਥੇ ਯਾਦ ਰੱਖਣਾ ਵੀ ਨਾਟ ਜਿਹੜਾ ਹੋਏਗਾ ਉਹ ਵਿਲ ਦੇ ਨਾਲ ਅਟੈਚ ਹੋਏਗਾ, ਤੇ ਜਿਹੜਾ ਬੀ ਆਏਗਾ ਉਹ ਕਦੋਂ ਆਏਗਾ, ਵਰਬ ਦੀ ਫਾਰਮ ਦੇ ਨਾਲ ਆਏਗਾ। ਇਹ ਯਾਦ ਰੱਖਣਾ ਵੀ ਵਰਬ ਦੀ ਫਾਰਮ ਦੇ ਨਾਲ ਵਿਲ, ਬੀ, ਬੀਇੰਗ, ਇਹ ਸਾਰੀਆਂ ਚੀਜ਼ਾਂ ਵਰਬ ਦੀ ਫਾਰਮ ਦੇ ਨਾਲ ਆਉਂਦੀਆਂ ਨੇ। ਨੈਕਸਟ ਹੈਗਾ ਇੰਟੈਰੋਗੇਟਿਵ, ਜਿਵੇਂ ਵਿਲ ਹੀ ਬੀ ਗੋਇੰਗ ਟੂ ਦੀ ਸ਼ਿਮਲਾ ਨੈਕਸਟ ਵੀਕ। ਨੈਕਸਟ ਆ ਪਲੂਰਲ ਆ, ਇਹ ਤੁਸੀਂ ਆਪਣੇ ਆਪ ਤੁਸੀਂ ਦੇਖ ਕੇ ਕਰ ਸਕਦੇ ਹੋ। ਨੈਕਸਟ ਅਸੀਂ ਗੱਲ ਕਰੀਏ ਇਹਦੇ ਪ੍ਰੈਕਟਿਸ ਟੈਸਟ ਦੀ। ਪ੍ਰੈਕਟਿਸ ਦੇ ਵਿੱਚ ਹੈਗਾ ਵੀ ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਹੁੰਦਾ ਵਾ ਟੈਂਸ, ਉਹਨੂੰ ਅਸੀਂ ਕਿੱਦਾਂ, ਉਹਦਾ ਰੂਲ ਯਾਦ ਰੱਖਿਆ ਹੋਇਆ ਸਾਡਾ, ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਵਰਬ ਫਸਟ ਫਾਰਮ ਐਂਡ ING ਤੇ ਲਾਸਟ ਦੇ ਵਿੱਚ ਆਬਜੈਕਟ। ਤਾਂ ਇਹ ਚੀਜ਼ਾਂ ਅਸੀਂ ਯਾਦ ਰੱਖੀਆਂ ਹੋਈਆਂ ਸੀ। ਮੈਂ ਤੁਹਾਨੂੰ ਦੱਸਿਆ ਸੀ ਵੀ ਜੇਕਰ ਕੰਟੀਨਿਊਸ ਹੋਵੇ ਤਾਂ ਵਰਬ ਦੀ ਫਸਟ ਫਾਰਮ ਪਲੱਸ ING ਆਏਗਾ ਹੀ ਆਏਗਾ।
इज एम आर ਉਹ ਅਕੋਰਡਿੰਗ ਟੂ ਦੀ ਸਬਜੈਕਟ ਆਏਗਾ ਵੀ ਸਬਜੈਕਟ ਕੀ ਆ, ਜਿਵੇਂ ਇੱਥੇ ਹੀ ਸੀਗਾ ਸਬਜੈਕਟ ਤੇ ਕਾਊਂਟ ਸੇ ਕੀ ਆ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਲੱਗੀ ਆ ਤੇ ਵਰਕ ਇਹ ਕਿਹੜਾ ਟੈਂਸ ਆ ਪ੍ਰੈਜ਼ੈਂਟ ਸਿੰਪਲ ਟੈਂਸ ਹੈ ਤਾਂ ਇਹਨੂੰ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਚੇਂਜ ਕੀਤਾ ਮੈਂ ਸਬਜੈਕਟ ਅੱਗੇ ਲੈ ਕੇ ਆਇਆ ਸਬਜੈਕਟ ਹੀ ਸੀਗਾ ਤਾਂ ਉਹਦੇ ਨਾਲ ਹੈਲਪਿੰਗ ਵਰਬ ਕਿਹੜੀ ਆਈ ਇਜ਼ ਕਾਊਂਟਿੰਗ ਵਰਬ ਦੀ ਫਸਟ ਫਾਰਮ ਨੈਕਸਟ ਸੀਗਾ ਐਂਡ ਆਈਐਨਜੀ ਲਾਸਟ ਦੇ ਵਿੱਚ ਆਬਜੈਕਟ ਤਾਂ ਇਹ ਆਨਸਰ ਸਾਡਾ ਬਣ ਕੇ ਰੈਡੀ ਹੋ ਗਿਆ। ਤਾਂ ਤੁਸੀਂ ਇਸੇ ਤਰੀਕੇ ਨਾਲ ਜਿਹੜੇ ਮੈਂ ਇਹਦੇ ਹੋਰ ਜਿਹੜੇ ਤੁਹਾਨੂੰ ਉਹ ਦਿੱਤੇ ਨੇ ਵਰਕ ਦਿੱਤੇ ਆ ਤਾਂ ਤੁਸੀਂ ਇਹਨਾਂ ਨੂੰ ਕਰਨਾ ਵਾ ਤੇ ਇਹਨੂੰ ਨੋਟ ਡਾਊਨ ਕਰ ਲੈਣਾ ਇਹਦਾ ਸਕਰੀਨਸ਼ਾਟ ਮਾਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਆਨਸਰ ਜਿਹੜੇ ਆ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਣੇ ਆ ਤਾਂ ਜੋ ਮੈਂ ਤੁਹਾਨੂੰ ਇਹਨਾਂ ਦੇ ਆਨਸਰ ਵੀ ਟੈਲੀ ਕਰਵਾ ਸਕਾਂ। ਇਹਨੂੰ ਵੀ ਤੁਸੀਂ ਸਕਰੀਨਸ਼ਾਟ ਮਾਰ ਕੇ ਕਰਨਾ ਵਾ। ਨੈਕਸਟ ਹੈਗਾ ਸਾਡਾ ਪ੍ਰੈਜ਼ੈਂਟ ਪਰਫੈਕਟ ਟੈਂਸ ਜਿਹੜਾ ਇਹਦਾ ਸਟਰਕਚਰ ਕੀ ਆ ਸਬਜੈਕਟ ਪਲੱਸ ਹੈਜ਼ ਹੈਵ ਪਲੱਸ ਵਰਬ ਥਰਡ ਫਾਰਮ ਪਲੱਸ ਆਬਜੈਕਟ। ਹੁਣ ਇੱਥੇ ਇੱਕ ਗੱਲ ਯਾਦ ਰੱਖਣੀ ਆ ਵੀ ਹੈਜ਼ ਕਿੱਥੇ ਲੱਗਦਾ ਹੁੰਦਾ ਹੈਜ਼ ਹਮੇਸ਼ਾ ਸਿੰਗੂਲਰ ਸਬਜੈਕਟ ਦੇ ਨਾਲ ਲੱਗੇਗਾ ਤੇ ਹੈਵ ਹਮੇਸ਼ਾ ਪਲੂਰਲ ਸਬਜੈਕਟ ਦੇ ਨਾਲ ਲੱਗੇਗਾ ਤੇ ਪਲੱਸ ਆਈ ਦੇ ਨਾਲ ਲੱਗੇਗਾ। ਇਹ ਯਾਦ ਰੱਖਣਾ ਵਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹਨੂੰ ਕਾਪੀ ਦੇ ਉੱਤੇ ਲਿਖ ਲੈਣਾ ਜਿਹੜੀ ਚੀਜ਼ ਮੈਂ ਬੋਲੀ ਆ। ਨਾਓ ਹੁਣ ਇਹਦੇ ਦੇਖਦੇ ਹਾਂ ਹੋਰ ਕੀ ਆ ਟੂ ਇੰਡੀਕੇਟਸ ਟੂ ਦੀ ਕੰਪਲੀਸ਼ਨ ਐਕਟੀਵਿਟੀ ਇਨ ਦੀ ਆ ਪਾਸਟ। ਇਹ ਉਹ ਚੀਜ਼ ਆ ਜਿਹੜੀ ਸਾਨੂੰ ਦੱਸਦੀ ਆ ਵੀ ਪਾਸਟ ਦੇ ਵਿੱਚ ਜਿਹੜੀ ਚੀਜ਼ ਆ ਉਹ ਕੰਪਲੀਟ ਹੋ ਜਾਏਗੀ। ਇਨ ਐਕਸਪ੍ਰੈਸ਼ਨ ਪਾਸਟ ਐਕਸ਼ਨ ਵਿਦਆਊਟ ਟੂ ਦੀ ਡੈਫੀਨੇਸ਼ਨ ਆਫ ਟਾਈਮ ਰੈਫਰੈਂਸ ਇਹਦੇ ਵਿੱਚ ਵਿਦਆਊਟ ਟਾਈਮ ਰੈਫਰੈਂਸ ਦੇ ਉੱਤੇ ਅਸੀਂ ਪਾਸਟ ਐਕਸ਼ਨ ਨੂੰ ਐਕਸਪ੍ਰੈਸ ਕਰਦੇ ਹਾਂ। ਟੂ ਐਕਸਪ੍ਰੈਸ ਦੀ ਆ ਪਾਸਟ ਐਕਸ਼ਨ ਵੈਨ ਵੀ ਥਿੰਕ ਮੋਰ ਦੇਅਰ ਇਫੈਕਟਿਵ ਇਨਟੂ ਦੀ ਪ੍ਰੈਜ਼ੈਂਟ ਦੈਨ ਟੂ ਦੀ ਐਕਸ਼ਨ ਇਟਸੈਲਫ। ਕਹਿੰਦੇ ਵੀ ਇਹ ਸਾਨੂੰ ਵਧੀਆ ਇਹ ਜ਼ਿਆਦਾ ਐਕਸਪ੍ਰੈਸ ਅਸੀਂ ਵਧੀਆ ਉਦੋਂ ਇਫੈਕਟ ਦਿਖਾ ਸਕਦੇ ਹਾਂ ਜਦੋਂ ਇਹ ਪ੍ਰੈਜ਼ੈਂਟ ਦੇ ਵਿੱਚ ਇਹ ਗੱਲ ਕਰਦੀ ਹੋਵੇ ਤੇ ਐਕਸ਼ਨ ਅਸੀਂ ਆਪਣੇ ਆਪ ਪਰਫਾਰਮ ਕੀਤਾ ਹੋਵੇ। ਨੈਕਸਟ ਅਫਰਮੇਟਿਵ ਸੈਂਟੈਂਸਿਸ ਨੈਗੇਟਿਵ ਸੈਂਟੈਂਸਿਸ ਤੇ ਇੰਟਰੋਗੇਟਿਵ ਕਿੱਦਾਂ ਆਏਗਾ ਜਿਵੇਂ ਹੀ ਹੈਜ਼ ਟੂ ਕੰਪਲੀਟਡ ਹਿਜ਼ ਗ੍ਰੈਜੂਏਸ਼ਨ ਇਨ 2014 ਤਾਂ ਹੁਣ ਇਹਦੇ ਵਿੱਚ ਜੇਕਰ ਮੈਂ ਸਬਜੈਕਟ ਦੀ ਗੱਲ ਕਰਾਂ ਤਾਂ ਹੀ ਆਏਗਾ ਹੈਜ਼ ਕੀ ਆਏਗਾ ਹੈਲਪਿੰਗ ਵਰਬ ਤੇ ਜਿਹੜਾ ਕੰਪਲੀਟਡ ਆ ਉਹ ਵਰਬ ਦੀ ਥਰਡ ਫਾਰਮ ਤੇ ਪਲੱਸ ਆਬਜੈਕਟ ਗ੍ਰੈਜੂਏਸ਼ਨ। ਠੀਕ ਹੈ ਜੀ। ਤਾਂ ਹੁਣ ਇੱਥੇ ਇੱਕ ਚੀਜ਼ ਹੋਰ ਬੜੇ ਈਜ਼ੀ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਵਾ ਜਿਹੜਾ ਸਾਡਾ ਪਰਫੈਕਟ ਟੈਂਸ ਆ। ਯਾਦ ਰੱਖਣਾ ਵੀ ਕੋਈ ਵੀ ਪਰਫੈਕਟ ਟੈਂਸ ਹੋਵੇ ਤਾਂ ਉਹਦੇ ਵਿੱਚ ਵਰਬ ਦੀ ਥਰਡ ਫਾਰਮ ਕੰਪਲਸਰੀ ਆ ਉਹਦੇ ਵਿੱਚ ਆਏਗੀ ਬਟ ਜਿਵੇਂ ਕਈਆਂ ਦੀਆਂ ਵਰਬਸ ਇਹੋ ਜਿਹੀਆਂ ਹੁੰਦੀਆਂ ਨੇ ਜਿਵੇਂ ਕੰਪਲੀਟ ਦੀ ਸੈਕੰਡ ਫਾਰਮ ਤੇ ਥਰਡ ਫਾਰਮ ਸੇਮ ਹੋਣ ਤਾਂ ਅਸੀਂ ਕਿੱਦਾਂ ਪਤਾ ਲਗਾਈਏ ਤਾਂ ਇਹ ਯਾਦ ਰੱਖਣਾ ਉਹਦੀ ਹੈਲਪਿੰਗ ਵਰਬ ਦੇਖ ਲਓ ਜੇਕਰ ਹੈਜ਼ ਹੈਵ ਹੈ ਤਾਂ ਉਹ ਪ੍ਰੈਜ਼ੈਂਟ ਹੈ ਜੇਕਰ ਹੈਡ ਹੈ ਤਾਂ ਉਹ ਕੀ ਆ ਪਾਸਟ ਹੋਏਗਾ ਜਿਹੜਾ ਕਿ ਅਸੀਂ ਨੈਕਸਟ ਕਰਾਂਗੇ। ਇਹਨਾਂ ਨੂੰ ਦੇਖ ਲੈਣਾ ਜਿਵੇਂ ਫਿਊਚਰ ਦੇ ਵਿੱਚ ਆਇਆ ਤਾਂ ਹੈਵ ਯੂਜ਼ ਹੋ ਗਿਆ ਨਾਟ ਕਿੱਦਾਂ ਲੱਗੇਗਾ ਤੁਸੀਂ ਚੈੱਕ ਕਰ ਲੈਣਾ ਵਾ। ਨੈਕਸਟ ਦੇਖਦੇ ਹਾਂ ਜਿਹੜਾ ਨੈਕਸਟ ਹੈ ਸਾਡਾ ਉਹ ਹੈ ਪਾਸਟ ਪਰਫੈਕਟ। ਇਹਦੇ ਵਿੱਚ ਕੀ ਆਇਆ ਸਬਜੈਕਟ ਪਲੱਸ ਹੈਡ। ਹੁਣ ਹੈਡ ਯਾਦ ਰੱਖਣਾ ਉਹ ਚਾਹੇ ਸਬਜੈਕਟ ਹੋਵੇ ਸਿੰਗੂਲਰ ਚਾਹੇ ਹੋਵੇ ਪਲੂਰਲ ਅਸੀਂ ਦੋਨਾਂ ਦੇ ਵਿੱਚ ਹੀ ਅਸੀਂ ਹੈਡ ਯੂਜ਼ ਕਰਦੇ ਹਾਂ। ਨੈਕਸਟ ਹੈਗਾ ਤੇ ਪਲੱਸ ਆਬਜੈਕਟ। ਹੁਣ ਇਹਨੂੰ ਕੀ ਕਰਦੇ ਹਾਂ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਦਿਸ ਟੈਂਸ ਇਜ਼ ਰੈਫਰਸ ਟੂ ਦੀ ਨਾਨ ਕੰਟੀਨਿਊਸ ਐਕਸ਼ਨ that was already completed in past. Such sentences are formed by the help of the simple past forms of auxiliary verbs to be have followed by the past particle from to the verbs। ਹੁਣ ਇਹ past perfect tense ਉਹ ਹੁੰਦਾ ਵੀ ਜਿਹੜਾ non continuous of action ਜਿਹੜਾ ਕਿ ਸਾਡਾ ਐਕਸ਼ਨ ਕੰਪਲੀਟ ਹੋ ਚੁੱਕਿਆ ਹੁੰਦਾ ਪਾਸਟ ਸਮੇਂ ਦੇ ਵਿੱਚ ਤੇ ਇਹਦੇ ਵਿੱਚ ਜਿਹੜੀਆਂ ਹੈਲਪਿੰਗ ਵਰਬਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਫਾਰਮ ਜਿਹੜੀ ਕਿ ਪਾਸਟ ਦੇ ਵਿੱਚ ਇਹਦੀ ਫਾਰਮ ਜਿਵੇਂ ਹੈਵ ਦੀ ਹੈਡ ਬਣੇਗੀ ਤਾਂ ਉਹ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੁੰਦੀ ਆ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰੀਏ ਅਫਰਮੇਟਿਵ ਸੈਂਟੈਂਸਿਸ ਦੀ ਜਿਵੇਂ ਹੀ ਹੈਡ ਰੀਡ। ਹੁਣ ਰੀਡ ਦੀ ਫਸਟ ਫਾਰਮ ਹੁੰਦੀ ਹੈ ਰੀਡ ਸੈਕੰਡ ਹੁੰਦੀ ਹੈ ਰੈਡ ਥਰਡ ਹੁੰਦੀ ਹੈ ਰੈਡ ਪਰ ਸਪੈਲ ਜਿਹੜੇ ਹੁੰਦੇ ਆ ਉਹ ਸੇਮ ਹੀ ਹੁੰਦੇ ਆ। ਤਾਂ ਹੁਣ ਇੱਥੇ ਕਿਵੇਂ ਪਤਾ ਲੱਗੇਗਾ ਜਿਵੇਂ ਹੈਡ ਯੂਜ਼ ਹੋ ਗਿਆ ਤਾਂ ਇੱਥੇ ਯਾਦ ਰੱਖ ਲੈਣਾ ਵੀ ਹੈਡ ਤੇ ਪਲੱਸ ਵਰਬ ਦੀ ਥਰਡ ਫਾਰਮ ਇਹ ਕਿਹਦੇ ਵਿੱਚ ਯੂਜ਼ ਹੁੰਦੀ ਹੈ ਪਰਫੈਕਟ ਦੇ ਵਿੱਚ। ਕਿਹੜੇ ਪਰਫੈਕਟ ਦੇ ਵਿੱਚ ਪਾਸਟ ਪਰਫੈਕਟ ਦੇ ਵਿੱਚ। ਤਾਂ ਇਸ ਚੀਜ਼ ਦਾ ਜਿਹੜਾ ਪਲੂਰਲ ਹੋਏਗਾ ਤਾਂ ਉੱਥੇ ਵੀ ਹੈਡ ਯੂਜ਼ ਹੋਏਗਾ। ਤਾਂ ਇਸ ਚੀਜ਼ ਨੂੰ ਵੀ ਤੁਸੀਂ ਸਕਰੀਨਸ਼ਾਟ ਮਾਰ ਕੇ ਕਾਪੀ ਦੇ ਉੱਤੇ ਐਜ਼ ਇਟ ਇਜ਼ ਨੋਟ ਡਾਊਨ ਕਰ ਲੈਣਾ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰੀਏ ਵੀ ਇਹ ਜਿਹੜਾ ਟੌਪਿਕ ਸੀ ਅੱਜ ਦਾ ਜਿਹੜਾ ਸੈਸ਼ਨ ਸੀ ਉਹ ਕੰਪਲੀਟ ਹੋ ਚੁੱਕਿਆ ਵਾ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਇਸ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਨੌਲੇਜ ਵੀ ਮਿਲੀਆਂ ਹੋਣਗੀਆਂ। ਇਸ ਚੈਨਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ 6th ਤੋਂ ਲੈ ਕੇ 10th ਕਲਾਸ ਦਾ ਅਸੀਂ ਸਿਲੇਬਸ ਕੰਪਲੀਟ ਕਰਾਂਗੇ ਇੰਗਲਿਸ਼ ਪਲੱਸ SST ਦਾ ਤੇ ਮੈਂ ਇਸ ਸੈਸ਼ਨ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਵੀਡੀਓਜ਼ ਸ਼ੇਅਰ ਕਰਦਾ ਰਹੂੰਗਾ। ਤੇ ਜੇਕਰ ਜਿਹੜੇ ਬੱਚੇ ਫਸਟ ਟਾਈਮ ਮੇਰੇ ਚੈਨਲ ਦੇ ਉੱਤੇ ਆਏ ਹਨ ਤਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਹੋਰਾਂ ਨਾਲ ਵੀ ਇਹਨੂੰ ਸ਼ੇਅਰ ਕਰਨ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਵਾਂਸ ਅਗੇਨ ਵੈਲਕਮ in my next session in advance and I will also be give there my first videos part in the description box also. Thanks a lot watching for my session.